ਹੈਲੋ ਸਟੂਡੈਂਟਸ, ਅੱਜ ਦੇ ਇਸ ਲੈਕਚਰ ਨੰਬਰ 10th ਲੀਨੀਅਰ ਅਲਜਬਰਾ ਰਿੰਗ ਕਰਦੇ ਪਏ ਹਾਂ ਅਸੀਂ। ਰਿੰਗ ਪਾਰਟ 3 ਕਹਿ ਲਓ। ਫਸਟ ਪਾਰਟ ਵਿੱਚ ਅਸੀਂ ਡੈਫੀਨੇਸ਼ਨ ਸਮਝੀ, ਕਿਹੜੇ ਐਗਜ਼ੀਅਮ ਸੈਟੀਸਫਾਈ ਹੁੰਦੇ ਆ ਉਹ ਦੇਖੇ। ਤੁਸੀਂ ਦੇਖਿਆ ਸੀ ਕਿ ਐਡੀਸ਼ਨ ਦੀਆਂ ਅਸੀਂ ਪ੍ਰੋਪਰਟੀਜ਼ ਕਰਦੇ ਹਾਂ, 5 ਪ੍ਰੋਪਰਟੀਜ਼: ਕਲੋਜ਼ਰ ਪ੍ਰੋਪਰਟੀ, ਐਸੋਸੀਏਟਿਵ ਲਾ, ਐਗਜ਼ਿਸਟੈਂਸ ਆਫ ਆਈਡੈਂਟੀਟੀ, ਐਗਜ਼ਿਸਟੈਂਸ ਆਫ ਇਨਵਰਸ, ਕਮਿਊਟੇਟਿਵ ਲਾ। ਇਹ 5 ਪ੍ਰੋਪਰਟੀਜ਼ ਅਸੀਂ ਕਰਦੇ ਹਾਂ ਅੰਡਰ ਐਡੀਸ਼ਨ। ਉਸ ਤੋਂ ਬਾਅਦ ਅਸੀਂ ਮਲਟੀਪਲੀਕੇਸ਼ਨ ਦੀਆਂ ਪ੍ਰੋਪਰਟੀਜ਼ ਕਰਦੇ ਹਾਂ। ਫਸਟ ਪ੍ਰੋਪਰਟੀ ਕਰਦੇ ਹਾਂ ਜੀ ਕਲੋਜ਼ਰ ਪ੍ਰੋਪਰਟੀ, ਸੈਕਿੰਡ ਪ੍ਰੋਪਰਟੀ ਕਰਦੇ ਹਾਂ ਐਸੋਸੀਏਟਿਵ ਲਾ। 2 ਪ੍ਰੋਪਰਟੀ ਸਿਰਫ ਮਲਟੀਪਲੀਕੇਸ਼ਨ ਦੀਆਂ। ਇੱਕ ਸੀ ਪੁਆਇੰਟ 'ਤੇ ਜਾ ਕੇ ਅਸੀਂ ਡਿਸਟਰੀਬਿਊਟਿਵ ਲਾ ਕਰਦੇ ਹਾਂ ਤਾਂ ਰਿੰਗ ਹੋ ਜਾਂਦਾ। ਫਿਰ ਅਸੀਂ ਉਸ ਤੋਂ ਬਾਅਦ ਕਾਫੀ ਕੁਐਸਚਨਸ ਕੀਤੇ ਅਤੇ ਨੈਕਸਟ ਕੁਐਸਚਨ ਅਸੀਂ ਜੋ ਕਰਨ ਜਾ ਰਹੇ ਹਾਂ ਉਹ ਤੁਸੀਂ ਦੇਖ ਰਹੇ ਹਾਂ ਸਕਰੀਨ 'ਤੇ, ਬੋਰਡ 'ਤੇ। 7th ਕੁਐਸਚਨ, ਸ਼ੋ ਦੈਟ ਦਾ ਸੈਟ ਜੀ 'ਚ ਕੀ ਆ, ਆਫ ਆਲ ਰੀਅਲ ਵੈਲਿਊਡ ਫੰਕਸ਼ਨਸ ਆਫ ਐਕਸ defined on interval 0-1 is ring under the addition and multiplication defined as। किस तरीके ऐड करना, f plus g of x is equal to f of x, fx and g of fx, x belongs to 0-1 and multiplication इस तरीके करनी for all x belongs to g, f g belongs to g। ਤੁਸੀਂ ਦੇਖਿਆ ਹੋਣਾ ਕਿ ਇਹ ਕੁਐਸਚਨ ਅਸੀਂ ਆਲਰੇਡੀ ਕਰ ਚੁੱਕੇ ਹਾਂ ਪਹਿਲੇ ਗਰੁੱਪ ਵਿੱਚ। ਉੱਥੇ ਅਸੀਂ ਸ਼ੋਅ ਕੀਤਾ ਸੀ ਕਮਿਊਟੇਟਿਵ ਗਰੁੱਪ ਅੰਡਰ ਐਡੀਸ਼ਨ ਸ਼ੋਅ ਕੀਤਾ ਸੀ ਅਸੀਂ। ਇੱਥੇ ਅਸੀਂ ਰਿੰਗ ਸ਼ੋਅ ਕਰਨਾ, ਸੋਲੂਸ਼ਨ। ਤੁਸੀਂ ਸਟੇਟਮੈਂਟ ਤਾਂ ਦੇਖ ਹੀ ਲਈ ਆ, ਚਲੋ ਮੈਂ ਇੱਕ ਵਾਰ ਲਿਖ ਦਿੰਦਾ। ਅਸੀਂ ਇਸ ਜੀ ਨੂੰ ਸੈੱਟ ਬਿਲਡਰ ਫਾਰਮ 'ਚ ਲਿਖਾਂਗੇ। ਇਸ ਸੈੱਟ ਜੀ ਵਿੱਚ ਕਿਸ ਟਾਈਪ ਦੇ ਐਲੀਮੈਂਟ ਆ? ਇਸ ਸੈੱਟ ਵਿੱਚ ਐਫ ਟਾਈਪ ਦੇ ਐਲੀਮੈਂਟ ਆ। ਐਫ ਕਿਹੋ ਜਿਹਾ ਹੋਣਾ ਚਾਹੀਦਾ? ਸੱਚ ਦੈਟ ਐਫ ਐਕਸ ਇਜ਼ ਰੀਅਲ ਵੈਲਿਊਡ। ਜੋ ਅਸੀਂ ਕੁਐਸਚਨ ਕੀਤਾ ਸੀ ਨਾ ਗਰੁੱਪ ਵਿੱਚ, ਉੱਥੇ ਅਸੀਂ ਲਿਖਿਆ ਐਫ ਐਕਸ ਰੀਅਲ ਵੈਲਿਊਡ ਕੰਟੀਨਿਊਸ ਫੰਕਸ਼ਨ। ਬਸ ਇੱਥੇ ਕੰਟੀਨਿਊਸ ਫੰਕਸ਼ਨ ਨਹੀਂ, ਜਸਟ ਰੀਅਲ ਵੈਲਿਊਡ ਫੰਕਸ਼ਨ ਗਿਵਨ ਹੈ ਸਾਨੂੰ। ਰੀਅਲ ਵੈਲਿਊਡ ਫੰਕਸ਼ਨ ਆਫ ਐਕਸ, ਰੀਅਲ ਵੈਲਿਊਡ ਫੰਕਸ਼ਨ ਐਕਸ defined on interval 0-1 or you can say x belongs to 0-1। ਇਸ ਤਰੀਕੇ ਅਸੀਂ ਇਹਨੂੰ ਸੈੱਟ ਬਿਲਡਰ ਫਾਰਮ 'ਚ ਲਿਖਾਂਗੇ। ਇਸ ਸੈੱਟ ਵਿੱਚ f g h ਐਂਡ ਸੋ ਔਨ ਇਸ ਟਾਈਪ ਦੇ ਐਲੀਮੈਂਟ ਆ। ਐਫ ਐਕਸ ਰੀਅਲ ਵੈਲਿਊਡ ਹੋਏਗਾ ਫੰਕਸ਼ਨ ਆਫ ਐਕਸ, x belongs to 0-1। ਪ੍ਰੋਪਰਟੀਜ਼ ਆਫ ਐਡੀਸ਼ਨ ਕਰਨੀਆਂ ਪਹਿਲੇ। ਪ੍ਰੋਪਰਟੀਜ਼ ਆਫ ਐਡੀਸ਼ਨ ਨਹੀਂ ਕਰਨੀਆਂ ਅਸੀਂ, ਉਹ ਤੁਸੀਂ ਆਪਣੇ ਆਪ ਕਰੋਗੇ, ਮੈਂ ਨਹੀਂ ਕਰਵਾ ਰਿਹਾ। ਤੁਸੀਂ ਫਸਟ ਪ੍ਰੋਪਰਟੀ, ਸੈਕਿੰਡ ਪ੍ਰੋਪਰਟੀ, ਥਰਡ ਪ੍ਰੋਪਰਟੀ, ਫੋਰਥ ਪ੍ਰੋਪਰਟੀ ਐਂਡ ਫਿਫਥ ਪ੍ਰੋਪਰਟੀ ਡੂ ਯੂਅਰਸੈਲਫ, ਕਿਉਂਕਿ ਮੈਂ ਆਲਰੇਡੀ ਕਰਵਾ ਚੁੱਕਿਆ ਕਿੱਥੇ ਕਰਵਾ ਚੁੱਕਿਆ ਮੈਂ? ਉਹ ਗਰੁੱਪ ਵਿੱਚ, ਉਹ ਮੈਂ ਗਰੁੱਪਸ ਵਿੱਚ ਕਰਵਾ ਚੁੱਕਿਆ। ਸੋ ਉਹ ਤੁਸੀਂ ਪ੍ਰੋਪਰਟੀਜ਼ ਆਫ ਐਡੀਸ਼ਨ ਜਿਹੜੀਆਂ ਅਸੀਂ ਕਰਨੀਆਂ, ਉਹ ਫਸਟ ਜਿਹੜੀਆਂ 5 ਪ੍ਰੋਪਰਟੀਜ਼ ਤੁਸੀਂ ਆਪਣੇ ਆਪ ਕਰੋਗੇ। ਹੁਣ ਅਸੀਂ ਕਰਾਂਗੇ ਪ੍ਰੋਪਰਟੀਜ਼ ਆਫ ਮਲਟੀਪਲੀਕੇਸ਼ਨ। ਹੁਣ ਅਸੀਂ ਕਰਾਂਗੇ ਬੀ ਪੁਆਇੰਟ, ਪ੍ਰੋਪਰਟੀਜ਼ ਆਫ ਮਲਟੀਪਲੀਕੇਸ਼ਨ ਹੁਣ ਤੁਹਾਨੂੰ ਸੈੱਟ ਤਾਂ ਸਮਝ ਆ ਹੀ ਗਿਆ ਕਿਸ ਟਾਈਪ ਦਾ। ਹੁਣ ਮੈਂ ਇਹਨੂੰ ਕਰ ਰਿਹਾ ਰਫ, ਕਿਉਂਕਿ ਮੈਨੂੰ ਸਪੇਸ ਦੀ ਜ਼ਰੂਰਤ ਆ। ਸਾਰੀ ਸਟੇਟਮੈਂਟ ਵੀ ਮੈਂ ਰਫ ਕਰ ਰਿਹਾ। ਰਿੰਗ ਸ਼ੋਅ ਕਰ ਰਹੇ ਹਾਂ ਅਸੀਂ, ਰਿੰਗ ਸ਼ੋਅ ਕਰਦੇ ਪਏ ਆ। ਲੈਕਚਰ ਨੰਬਰ ਹੈ ਜੀ ਇਹ 10th। ਹਾਂਜੀ, ਬੀ ਪਾਰਟ, ਪ੍ਰੋਪਰਟੀਜ਼ ਆਫ ਮਲਟੀਪਲੀਕੇਸ਼ਨ। Properties of multiplication। First property, closure property। let set G चो 2 एलिमेंट उठाओगे, set G चो 2 एलिमेंट उठाओ। let f g belongs to G। चेक ये करना कि f into G
ਬਿਲੋਂਗ ਕਰ ਰਿਹਾ ਸੈੱਟ ਨੂੰ ਜਾਂ ਨਹੀਂ ਕਰ ਰਿਹਾ। ਸਭ ਤੋਂ ਪਹਿਲਾਂ ਜੀ ਐਫ ਜੀ ਨੂੰ ਬਿਲੋਂਗ ਕਰਦੇ ਪਏ ਆ, ਇੰਪਲਾਈਜ਼ ਐਫ ਐਕਸ ਐਂਡ ਜੀ ਐਕਸ ਆਰ ਰੀਅਲ ਵੈਲਿਊ, ਮਤਲਬ ਇਹਨਾਂ ਦੀ ਜਿਹੜੀ ਵੈਲਿਊ ਆਏਗੀ, ਜੋ ਇਹ ਫੰਕਸ਼ਨ ਹੋਏਗਾ ਐਫ ਐਕਸ ਜੀ ਐਕਸ, ਉਹ ਰੀਅਲ ਹੋਏਗਾ। ਰੀਅਲ ਵੈਲਿਊਡ ਡਿਫਾਈਨਡ ਔਨ ਕਹਿ ਲਓ 0 1 ਜਾਂ ਕਹਿ ਲਓ x belongs to 0 1, meaning same. And product of real is again real, implies fx into gx is also real valued function defined on interval 0 1, because product of two real is real. So also f into g of x is equal to fx into gx. f into gx is equal to fx gx, and fx into gx मैं कह चुके हैं ये रियल वैल्यूड आ जी, रियल वैल्यूड आ which implies f g belongs to g, f into g belongs to g. g ਵਿੱਚ ਕਿਹੜੇ ਐਲੀਮੈਂਟ ਆ, ਉਹ ਐਲੀਮੈਂਟ ਆ ਉਹ f ਆ ਉਹਨਾਂ ਦੇ ਵਿੱਚ, ਸੱਚ ਦੈਟ ਜੇ ਉਹਨੂੰ x ਨਾਲ ਆਪਰੇਟ ਕਰੀਏ fx ਰੀਅਲ ਵੈਲਿਊਡ ਹੋ ਜਾਵੇ। ਤੇ ਦੇਖੋ ਇਹਨੂੰ ਅਸੀਂ x ਨਾਲ ਆਪਰੇਟ ਕੀਤਾ, ਜੋ ਆਨਸਰ ਆਇਆ ਉਹ ਆ ਰੀਅਲ ਵੈਲਿਊਡ, ਉਹ ਅਸੀਂ ਪਹਿਲੇ ਦੱਸ ਚੁੱਕੇ ਹਾਂ, ਕਿਉਂਕਿ ਪ੍ਰੋਡਕਟ ਆਫ ਰੀਅਲ ਇਜ਼ ਰੀਅਲ। ਸੋ ਆਨਸਰ ਜੇ ਰੀਅਲ ਆ ਰਿਹਾ, ਇਹ ਰੀਅਲ ਆ ਰਿਹਾ, so f into g belongs to g, so g is closed under addition, sorry multiplication, so g is closed under multiplication, ਚਾਹੇ ਇੱਦਾਂ ਕਹਿ ਲਓ ਚਾਹੇ ਕਹਿ ਲਓ closure property hold with respect to multiplication। ਹੁਣ ਅਸੀਂ ਕਰਾਂਗੇ ਨੈਕਸਟ ਐਸੋਸੀਏਟਿਵ ਲਾਅ, ਨੈਕਸਟ ਅਸੀਂ ਕਰਾਂਗੇ ਐਸੋਸੀਏਟਿਵ property, property number second, associative property, let f g h belongs to set g, so f into g h ਨੂੰ ਆਪਰੇਟ ਕਰੋ x ਦੇ ਨਾਲ, f into g h of x ਇਹ ਅਸੀਂ ਪੜ੍ਹ ਚੁੱਕੇ ਹਾਂ। ਇਹ ਫਰਦਰ ਆ ਜਾਏਗਾ ਐਫ ਐਕਸ ਇੰਟੂ ਜੀ ਐਚ ਐਕਸ, ਕਿਉਂਕਿ ਗਿਵਨ ਸੀ ਐਫ ਇੰਟੂ ਜੀ ਐਕਸ ਐਫ ਐਕਸ ਇੰਟੂ ਜੀ ਐਕਸ, ਇਹ ਐਫ ਹੋਗੀ, ਇਹ ਸਾਰੀ ਹੋਗੀ ਜੀ, ਸੋ ਐਫ ਐਕਸ ਇੰਟੂ ਜੀ ਐਕਸ। ਫਰਦਰ ਐਫ ਐਕਸ ਇੰਟੂ ਜੀ ਐਕਸ ਇੰਟੂ ਐਚ ਐਕਸ, ਇਹ ਗਿਵਨ ਸੀ, ਬਟ ਇੱਥੇ ਪਾਵਾਂਗੇ ਬ੍ਰੈਕਟ, ਕਿਉਂਕਿ ਬ੍ਰੈਕਟ ਪਈ ਹੋਈ ਪਹਿਲੇ ਜੀ ਐਚ ਤੇ, ਸੋ ਜੀ ਐਕਸ ਇੰਟੂ ਐਚ ਐਕਸ। ਨਾਓ ਐਫ ਇੰਟੂ ਜੀ ਇੰਟੂ ਐਚ, ਇਹਨੂੰ ਜੇ ਫਾਈਂਡ ਕਰਨਾ, ਇਹਨੂੰ ਵੀ ਸਾਨੂੰ ਐਕਸ ਦੇ ਨਾਲ ਆਪਰੇਟ ਕਰਨਾ ਪਏਗਾ, तो आ जाएगा एफ इंटू जी एक्स इंटू एच ऑफ एक्स विच इज़ फर्दर एफ एक्स इंटू जी ऑफ एक्स, इतने पावे ब्रैकेट क्योंकि एफ इंटू जी तो ब्रैकेट है इंटू एच ऑफ एक्स। फर्दर हूँ देखो इतने पिछे ब्रैकेट है, इतने अगे ब्रैकेट है, तुसी कहोगे सर तुसी की कहोगे, इत्थे कहना सी असी एफ जी एच जी नूं बिलोंग करते हैं, दैन एफ एक्स जी एक्स एच एक्स तीनों ही की आ रियल वैल्यू है इन्हां दी, रियल वैल्यूड फंक्शन इन इंटरवल 0 1 सो एफ एक्स जी एक्स एच एक्स की हो गए रियल च देखो, चाहे पिछलियां दो टर्मां नूं पहले प्रोडक्ट कर लो बाद विच एफ एक्स ना करो, चाहे पहलियां दो टर्मां नूं कर लो बाद विच एच एक्स ना, आंसर सेम ही आना, आंसर सेम ही आता। सो असी ब्रैकेट अगे पा लीए पिछे पा लीए
कोई फर्क नहीं, आंसर च कोई चेंज नहीं आनी। दैट्स वाई दिस स्टैप, बिकॉज एसोसिएटिव लॉ होल्ड इन रियल। सो हुण आंसर सेम आ चुके हैं इस स्टैप का, इस स्टैप का आंसर सेम आ चुके। सो 1 and 2 implies 1 and 2 implies एफ जी एच इज इक्वल टू एफ जी इंटू एच। जे इन्हां दी वैल्यू सेम है एक्स नाल ऑपरेट करते, सो ये जो एलीमेंट है एफ जी एच, इन्हां दी वैल्यू ये भी सेम होएगी। सो नीचे लिख दोगे। सो एसोसिएटिव लॉ होल्ड इन जी। सो हुण असीं करांगे डिस्ट्रीब्यूटिव लॉ। मल्टीप्लीकेशन दी दो करनियां सी प्रॉपर्टीज़, अगे जाके ना असीं फील्ड भी पढ़ना। फील्ड में की करे करना मैं हुणे दस देवां, सेम क्वेश्चन फील्ड च भी आ सकदा। उहदे च पहले 5 प्रॉपर्टियां करांगे एडिशन दे नाल ए च, फिर बी च मल्टीप्लीकेशन दी प्रॉपर्टियां भी 5 ही करांगे। जिद्दां ये 2 कर दित्तियां, जे फील्ड शो करना होवे तां थर्ड आइडेंटिटी वाली भी करनी, इनवर्स वाली भी करांगे, कम्यूटेटिव लॉ भी करांगे मल्टीप्लीकेशन दे नाल, ते नाल दे नाल डिस्ट्रीब्यूटिव लॉ भी करांगे। कहण दा मीनिंग आ 5 एडिशन दियां, 5 मल्टीप्लीकेशन दियां ते 10 हो गईयां, ते 11वीं डिस्ट्रीब्यूटिव लॉ। जे 11 प्रॉपर्टियां शो कर दईए तो वह हो जाता फील्ड। सेम क्वेश्चन उत्थे भी करना। उत्थे मैं ये कहना कि मैं ये 7 प्रॉपर्टियां पहले कर आया, बाकी जड़ियाँ 3 रहिंदियां वो मैं उस एक्सरसाइज जाके करूँगा। सो बड़े ध्यान नाल करना, ये क्वेश्चन असी उत्थे भी करांगे। फरदर हुण असी करांगे डिस्ट्रीब्यूटिव लॉ। हुण असी करन जा रहे हैं डिस्ट्रीब्यूटिव लॉ। 3 एलीमेंट लै, लेट एफ जी एच बिलोंग्स टू जी, एफ एक्स जी एक्स एच एक्स रियल वैल्यूड फंक्शन डिफाइंड इन 0 1। जो स्टेटमेंट में उन्होंने कॉन्टीन्यूस भी कहा तो नाल कॉन्टीन्यूस लिख दो, की फर्क पैंदा? नहीं फर्क पैंदा। सो एफ इंटू जी प्लस एच ये कैलकुलेट करोगे, इसकी वैल्यू असी शो करनी है कि इक्वल आ एफ इंटू जी प्लस एफ इंटू एच, बट डायरैक्ट नहीं होनी। की मैथड आ, असी इनू एक्स नाल ऑपरेट करांगे, वो की आ जाएगा एफ एक्स। किस तरीके मल्टीप्लाई करीदा, ये भी एक्स लग जाएगी, ये भी लग जाएगी। जी प्लस एच के नाल भी एक्स लगा दो। फरदर एफ एक्स इंटू जी एक्स इन प्लस एच ऑफ एक्स, इस तरीके ये आ गया आंसर। फरदर हुण असी कैलकुलेट करांगे, जे एक स्टैप होर कर सकते हैं तुसीं, क्योंकि एफ एक्स जी एक्स एच एक्स आर रियल। रियल च तुहानूं पता कि ब्रैकेट किस तरीके ओपन करी दी है, मल्टीप्लाई किस तरीके करीदा, एफ एक्स इंटू जी एक्स इस तरीके करीदा। फरदर एफ एक्स इंटू एच एक्स इस तरीके असी ब्रैकेटां ओपन करते हैं। यदा असी पा देंगे इक्वेशन नंबर फर्स्ट। हाँ जी, उस तो बाद वैसे ये तो शो भी हो गया, तुसीं इस तरीके लिख सकते हैं एफ इंटू जी ऑफ एक्स प्लस एफ इंटू एच ऑफ एक्स। एडिशन च आ तुसीं इस तरीके लिख सकते हैं एफ जी प्लस एफ एच एक्स लगा दिता सारे दे नाल, इत्थे डॉट्स पावांगे विच। तो जे आपां एक्स नूं हटा दईए तो की मिल गया एफ इंटू जी प्लस एच इज इक्वल टू एफ इंटू जी प्लस एफ इंटू एच। यही तो मैं शो करना, तो शो हो चुकिया। विच इंपलाइज डिस्ट्रीब्यूटिव लॉ होल्ड, डिस्ट्रीब्यूटिव लॉ होल्ड। हाँ, ये होल्ड तो पहला एक ये गल कह सकते हैं सिमिलरली, इदा कह सकते सी सिमिलरली असी जी प्लस एच नूं पहला लिख के इनटू एफ ये भी शो कराना, इनू भी शो कराओगे। सिमिलरली लिख देना, शो कराने की जरूरत नहीं। सिमिलरली जी इंटू एफ एच इंटू एफ, ये इत्थे लिखोगे स्टैप एस थां ते, फिर लिखोगे डिस्ट्रीब्यूटिव लॉ होल्ड। उस तो बाद की लिखोगे इंपलाइज
सो जी इज़ अ रिंग। सो जी की हो गया रिंग, जी हो गया रिंग। रिंग ਉਂਗਲਾਂ ਵਿੱਚ ਪਾਉਣ ਵਾਲੀ ਨਹੀਂ, ਇਹ ਇੱਕ ਸੈੱਟ ਜੇ 8 ਪ੍ਰੋਪਰਟੀ ਸੈਟਸਫਾਈ ਹੋ ਜਾਣ ਉਸ ਸੈੱਟ ਦਾ ਨਾਮ ਆ ਜੀ, ਉਹ ਸੈੱਟ ਨੂੰ ਅਸੀਂ ਕਹਿ ਰਹੇ ਹਾਂ ਰਿੰਗ। ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ। ਹਾਂਜੀ, ਸਾਡਾ ਅੱਜ ਦਾ ਲਾਸਟ ਕੁਐਸਚਨ ਨੰਬਰ 14। ਲੈਟ ਕਿਊ ਬੀ ਸੈੱਟ ਆਫ ਰੈਸ਼ਨਲ, prove that R set R of set of matrices whose elements are rational is non-commutative ring under addition multiplication of matrices। solution ਇਹ ਸੈੱਟ ਗਿਵਨ ਹੈ, ਇਸ ਸੈੱਟ ਤੇ ਅਸੀਂ ਸਾਰਾ ਵਰਕ ਕਰਾਂਗੇ। ਸਭ ਤੋਂ ਪਹਿਲਾਂ ਅਸੀਂ A ਦੀਆਂ ਪ੍ਰੋਪਰਟੀਜ਼ ਆਫ ਐਡੀਸ਼ਨ ਕਰਾਂਗੇ, ਉਹ ਤੁਸੀਂ ਆਲਰੇਡੀ ਕਰ ਚੁੱਕੇ ਆ, ਉਹ ਮੈਂ ਨਹੀਂ ਕਰੂੰਗਾ। ਤੁਸੀਂ ਗਰੁੱਪ ਵਿੱਚ ਬਹੁਤ ਸਾਰੇ ਕੁਐਸਚਨਸ ਕੀਤੇ। ਕਲੋਜ਼ਰ ਪ੍ਰੋਪਰਟੀ ਅੰਡਰ ਐਡੀਸ਼ਨ ਆਪ ਕਰਨੀ, ਕਮੂਟੇਟਿਵ ਲਾ ਆਪ ਕਰਨਾ, ਆਈਡੈਂਟਿਟੀ 0 0 0 ਹੋਏਗੀ ਉਹ ਵੀ ਤੁਸੀਂ ਆਪ ਕਰਨੀ। ਉਸ ਤੋਂ ਬਾਅਦ ਉਹਦਾ ਐਡੀਟਿਵ ਇਨਵਰਸ, ਚਲੋ ਮੈਂ ਕਰ ਹੀ ਦਿੰਦਾ ਸਟੈਪ, ਕਰ ਹੀ ਦਿੰਦੇ ਹਾਂ ਸਟੈਪ। ਪਹਿਲੇ ਅੰਡਰ ਐਡੀਸ਼ਨ ਕਰਾਂਗੇ ਪ੍ਰੋਪਰਟੀਜ਼ ਆਫ ਐਡੀਸ਼ਨ, properties of addition। let, हाँ जी, फर्स्ट प्रॉपर्टी क्लोजर प्रॉपर्टी, let A B belongs to set R, so A is of type A1 B1 0 C1 मैट्रिक्स ਵਿੱਚ ਲਿਖਣਾ। B is of type A2 B2 0 C2 where A1 B1 C1 A2 B2 C2 ਇਹ ਸਾਰੇ ਕੀ ਆ ਆਰ ਰੈਸ਼ਨਲ, ਆਰ ਰੈਸ਼ਨਲ, ਇਹ ਸਾਰੇ ਕੀ ਆ ਰੈਸ਼ਨਲਸ ਆ। ਫਿਰ ਅਸੀਂ ਐਡ ਕਰਕੇ ਦੇਖਾਂਗੇ ਇਹਨਾਂ ਨੂੰ, ਐਡ ਕਰਕੇ ਦੇਖੋਗੇ A1 B1 0 C1 प्लस A2 B2 0 C2 ऐड करोगे वो आएगा A1 प्लस A2 B1 प्लस B2 0 प्लस 0 सो C1 प्लस C2 अंडर एडिशन करते पे ਅਸੀਂ। ਇਹ ਬਿਲੋਂਗ ਕਰ ਗਿਆ ਆਫ ਸੈੱਟ ਆਰ ਨੂੰ। ਇਸ ਸੈੱਟ 'ਚ ਹੈ ਇਸ ਟਾਈਪ ਦਾ ਐਲੀਮੈਂਟ। ਕਿਸ ਤਰੀਕੇ ਦੀਆਂ ਮੈਟ੍ਰਿਕਸ ਇਹਦੇ ਵਿੱਚ ਇਸ ਮੈਟ੍ਰਿਕਸ ਇਸ ਸੈੱਟ ਵਿੱਚ ਇੱਕ ਤਾਂ ਇਸ ਪੋਜੀਸ਼ਨ 'ਤੇ 0 ਹੋਣਾ ਚਾਹੀਦਾ, ਉਹ ਸਾਡੇ ਮੈਟ੍ਰਿਕਸ ਵਿੱਚ ਵੀ ਹੈ। ਇੱਥੇ ਜਿਹੜੇ ਵੀ ਐਲੀਮੈਂਟਸ ਹੋਣਗੇ ਉਹ ਰੈਸ਼ਨਲ ਹੋਣੇ ਚਾਹੀਦੇ ਆ, ਇਹ ਵੀ ਰੈਸ਼ਨਲ, ਇਹ ਵੀ ਰੈਸ਼ਨਲ, ਇਹ ਵੀ ਰੈਸ਼ਨਲ, ਇਹ ਕੰਡੀਸ਼ਨ ਆ। ਹੁਣ A1 A2 ਆਰ ਰੈਸ਼ਨਲ ਐਂਡ ਸਮ ਆਫ ਰੈਸ਼ਨਲ ਇਜ਼ ਰੈਸ਼ਨਲ, ਦੈਟਸ ਵਾਈ ਇਟ ਇਜ਼ ਬਿਲੋਂਗਸ ਟੂ ਆਰ। ਰੀਜ਼ਨ ਦਿਓਗੇ ਸਮ ਆਫ ਰੈਸ਼ਨਲ ਇਜ਼ ਅਗੇਨ ਰੈਸ਼ਨਲ, ਇਹ ਇਹਦਾ ਦਿਓਗੇ ਰੀਜ਼ਨ। ਸੋ ਕਲੋਜ਼ਰ ਪ੍ਰੋਪਰਟੀ ਹੋਲਡ, ਔਰ ਤੁਸੀਂ ਕਹਿ ਸਕਦੇ ਆ ਆਰ ਇਜ਼ ਕਲੋਜ਼ਡ ਅੰਡਰ ਐਡੀਸ਼ਨ, ਅੰਡਰ ਐਡੀਸ਼ਨ, ਇਸ ਤਰੀਕੇ ਤੁਸੀਂ ਕਹਿ ਸਕਦੇ ਆ। ਹੁਣ ਐਸੋਸੀਏਟਿਵ ਲਾ, ਉਹ ਤਾਂ ਅਸੀਂ ਲਿਖ ਹੀ ਦੇਣਾ, ਤੁਸੀਂ ਕਰ ਵੀ ਸ਼ੋ ਵੀ ਕਰ ਸਕਦੇ ਆ, ਬਟ ਤੁਸੀਂ ਵਰਡਿੰਗ ਲਿਖ ਦੇਣੀ ਹੈ। ਕੀ ਲਿਖੋਗੇ? ਸਿੰਸ ਐਸੋਸੀਏਟਿਵ ਲਾਅ ਹੋਲਡ ਇਨ ਮੈਟ੍ਰਿਕਸ ਅੰਡਰ ਐਡੀਸ਼ਨ, ਸੋ ਦਿਸ ਲਾਅ ਮਸਟ ਹੋਲਡ ਇਨ ਸੈਟ ਆਰ। ਥਰਡ ਸੈਕਿੰਡ ਆਪਣੇ ਆਪ ਕਰ ਦਿਓ। ਥਰਡ ਪ੍ਰੋਪਰਟੀ 'ਚ ਲਿਖੋਗੇ ਐਗਜ਼ਿਸਟੈਂਸ ਆਫ ਆਈਡੈਂਟਿਟੀ, existence of identity। let A is equal to A1 B1 0 C1 belongs to G, be any element, there exists 0 0 0 0 0 which is also belongs to G, such that A plus 0 matrix A1 B1 0 C1 प्लस 0 0 0, ਤੁਸੀਂ 0 ਮੈਟ੍ਰਿਕਸ ਐਡ ਕਰੋਗੇ ਤਾਂ ਕੀ ਆਨਸਰ ਆ ਜਾਏਗਾ?
सेम ही आंसर आ जाएगा। जो सेम आंसर आ गया, ए आ गया, सो जीरो मैट्रिक्स इज एडिटिव आइडेंटिटी। एडिटिव आइडेंटिटी, additive identity. So further, next property number 4th, existence of inverse। existence of inverse मैट्रिक्स सपोज की एक ए, ਹੁਣ ਅਸੀਂ ਇੱਕ ਮੈਟ੍ਰਿਕਸ ਸਰਚ ਕਰਾਂਗੇ। देयर एग्जिस्ट मैट्रिक्स माइनस ए माइनस A1 माइनस B1 0 माइनस C1। ए भी जी ਨੂੰ ਬਿਲੋਂਗ ਕਰਦਾ। ਕਿਉਂ ਜੀ ਨੂੰ ਕਰਦਾ? ਬਿਕੋਜ਼ ਨੈਗੇਟਿਵ ਆਫ ਰੈਸ਼ਨਲ ਇਜ਼ ਆਲਸੋ ਰੈਸ਼ਨਲ। माइनस A1 माइनस B1 माइनस C1 आल्सो बिलोंग्स टू रैशनल सच दैट A प्लस माइनस A1 B1 0 C1 प्लस माइनस A1 माइनस B1 0 माइनस C1 ऐड करोगे A1 माइनस A1 B1 माइनस B1 0 C1 माइनस C1 विच इज़ 0 0 0 0 विच इज़ 0 मैट्रिक्स। सो आइडेंटिटी दे इक्वल आ गया। सो इनवर्स ऑफ ए इज़ माइनस ए। सो इनवर्स ऑफ ईच एलिमेंट एग्जिस्ट। सो इनवर्स ऑफ ईच एलिमेंट एग्जिस्ट। फर्दर प्रॉपर्टी नंबर 5, कम्यूटेटिव लॉ। प्रॉपर्टी नंबर 5 बहुत सिंपल सी बट फिर भी मैं करवा रहा। प्रॉपर्टी नंबर 5 कम्यूटेटिव लॉ बहुत ईजी है, चाहे प्रूफ कर दो चाहे लिख दो। सिंस कम्यूटेटिव लॉ इन मैट्रिसेस सो दिस लॉ मस्ट होल्ड इन आर। सो इन्ने तुसी कह सकते हो ਜਾਂ ਤੁਸੀਂ ਸ਼ੋ ਵੀ ਕਰਾ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਤੁਸੀਂ ਕੋਈ A ਤੇ B ਦੋ ਮੈਟ੍ਰਿਕਸ ਲੈ ਕੇ ਉਹਨਾਂ ਨੂੰ ਤੁਸੀਂ B ਪਲੱਸ A ਦੇ ਇਕੁਅਲ ਕਰਵਾ ਸਕਦੇ ਆ। ਉਹ ਤੁਸੀਂ ਆਪ ਵਰਕ ਕਰੋਗੇ ਜਾਂ ਜਸਟ ਵਰਡਿੰਗ ਹੀ ਲਿਖ ਦੋਗੇ। ਉਸ ਤੋਂ ਬਾਅਦ ਪ੍ਰੋਪਰਟੀਜ਼ ਆਫ ਮਲਟੀਪਲਾਈਕੇਸ਼ਨ B ਪੁਆਇੰਟ। ਪ੍ਰੋਪਰਟੀਜ਼ ਆਫ ਮਲਟੀਪਲਾਈਕੇਸ਼ਨ फर्स्ट प्रॉपर्टी क्लोजर प्रॉपर्टी। क्लोजर प्रॉपर्टी let A B belongs to set R and A is of type A1 B1 0 C1 where A1 B1 C1 belongs to set of rational B A2 B2 0 C2 where A2 B2 C2 belongs to rational. Now multiply matrix A by matrix B A1 B1 0 C1 then A2 B2 0 C2 first row first column A1 A2 first row first column then second row first column which is 0 then A1 B2 A1 B2 then B1 C2 B1 C2 then C1 C2। तो बड़े ध्यान नाल देखो, ये भी सेम टाइप की मैट्रिक्स बन गई जिसका थर्ड एलीमेंट 0 बाकी रैशनल। क्यों रैशनल? रैशनल इंटू रैशनल 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 प्लस रैशनल रैशनल क्यों बिलोंग कर गया सैट आर नू? बिकॉज सम एंड प्रोडक्ट ऑफ रैशनल इज़ रैशनल। इस तरीके तुसी वर्डिंग लिख दोगे। सो की लिखोगे? नीचे लिखोगे सो आर इज़ क्लोज्ड अंडर मल्टीप्लाइकेशन। इस तरीके तुसी लिख दोगे क्लोज अंडर मल्टीप्लाइकेशन। उस तो बाद करोगे सैकेंड पॉइंट ते कम्यूटेटिव लॉ। कम्यूटेटिव लॉ शो भी कर सकते हैं या तुसी डायरैक्ट लिख सकते हैं। कि लिखोगे सिंस
commutative law hold in matrix multiplication, so this law must hold in R, क्योंकि R 'ਚ भी ਤਾਂ ਮੈਟ੍ਰਿਸਿਸ ਹੈ ਨਾ, ਜੋ ਜਿਸ ਤਰੀਕੇ ਅਸੀਂ ਗਰੁੱਪ 'ਚ ਲਿਖਦੇ ਸੀ, ਸਿੰਪਲ ਵਰਡਿੰਗ ਤੁਸੀਂ ਲਿਖ ਦੋਗੇ, ਆਪਣੇ ਆਪ ਕਰੋਗੇ। ਇਹ ਸੀ ਸਾਡੀਆਂ ਜਿਹੜੀਆਂ ਪ੍ਰੋਪਰਟੀਜ਼ ਬੀ ਪਾਰਟ। ਹੁਣ ਅਸੀਂ ਸੀ ਪਾਰਟ ਕਰਾਂਗੇ ਡਿਸਟਰੀਬਿਊਟਿਵ ਲਾ। ਉਹ ਵੀ ਅਸੀਂ ਡਾਇਰੈਕਟ ਵੀ ਲਿਖ ਸਕਦੇ ਹਾਂ। ਸੌਰੀ, ਮੈਂ ਇੱਥੇ ਗਲਤ ਕਹਿ ਦਿੱਤਾ, ਸੌਰੀ। ਐਸੋਸੀਏਟਿਵ ਲਾ, ਕਮਿਊਟੇਟਿਵ ਲਾ ਲਿਖ ਦਿੱਤਾ। ਅਸੀਂ ਕਰਦੇ ਪਏ ਸੀ, ਅਸੀਂ ਬੀ ਦੇ ਪਹਿਲੇ ਕੀਤੀ ਫਸਟ ਪ੍ਰੋਪਰਟੀ ਕਲੋਜ਼ਰ, ਦੈਨ ਸੈਕਿੰਡ। ਮੈਂ ਇੱਥੇ ਕਮਿਊਟੇਟਿਵ ਲਾ ਲਿਖ ਦਿੱਤਾ, ਐਸੋਸੀਏਟਿਵ ਲਾ ਦੀ ਗੱਲ ਚੱਲਦੀ ਪਈ ਸੀ। ਫਸਟ ਪ੍ਰੋਪਰਟੀ ਕੀਤੀ ਅਸੀਂ ਕਲੋਜ਼ਰ ਪ੍ਰੋਪਰਟੀ, ਸੈਕਿੰਡ ਕਰਨੀ ਸੀ ਐਸੋਸੀਏਟਿਵ ਲਾ। ਬੋਲਿਆ ਸ਼ਾਇਦ ਮੈਂ ਸਹੀ ਸੀ, ਲਿਖਿਆ ਗਲਤ, ਐਸੋਸੀਏਟਿਵ ਲਾ। ਵਰਡਿੰਗ ਕੀ ਲਿਖਣੀ, since associative law hold in matrix multiplication, so this law associative law hold in R। ਇਹ ਤੁਸੀਂ ਵਰਡਿੰਗ ਲਿਖੋਗੇ ਤਾਂ ਐਸੋਸੀਏਟਿਵ ਲਾ ਹੋ ਜਾਣਾ। ਫਿਰ ਉਸ ਤੋਂ ਬਾਅਦ ਤੁਸੀਂ ਸੀ ਵਾਲੇ ਕਰੋਗੇ ਡਿਸਟਰੀਬਿਊਟਿਵ ਲਾ, ਡਿਸਟਰੀਬਿਊਟਿਵ ਲਾ, ਡਿਸਟਰੀਬਿਊਟਿਵ ਲਾ। ਹਾਂਜੀ, ਡਿਸਟਰੀਬਿਊਟਿਵ ਲਾ ਕਰਾਂਗੇ। ਹੁਣ ਡਿਸਟਰੀਬਿਊਟਿਵ ਲਾ ਵੀ ਪ੍ਰੂਫ ਵੀ ਕੀਤਾ ਜਾ ਸਕਦਾ, ਉਹਨੂੰ ਡਾਇਰੈਕਟ ਵੀ ਲਿਖਿਆ ਜਾ ਸਕਦਾ। ਹਾਂਜੀ, ਡਿਸਟਰੀਬਿਊਟਿਵ ਲਾ ਸਟਾਰਟ ਕਰੀਏ। ਥੋੜ੍ਹੀ ਜਿਹੀ ਸਪੇਸ ਬਣਾਈਏ ਡਿਸਟਰੀਬਿਊਟਿਵ ਲਾ ਕਰਨ ਦੇ ਲਈ, ਥੋੜ੍ਹੀ ਸਪੇਸ ਦੀ ਜ਼ਰੂਰਤ ਹੈ ਸਾਨੂੰ। ਹਾਂਜੀ, ਸਪੇਸ ਹੋ ਗਈ। ਸੀ ਪੁਆਇੰਟ ਡਿਸਟਰੀਬਿਊਟਿਵ ਲਾ। ਜੇ ਤੁਹਾਡੇ ਕੋਲ ਟਾਈਮ ਦੀ ਕਮੀ ਹੋਵੇ ਪੇਪਰ 'ਚ, ਫਿਰ ਤੁਸੀਂ ਡਾਇਰੈਕਟ ਲਿਖ ਸਕਦੇ ਆ। We know distributive law hold in matrix addition and multiplication, so this law must hold in R also। ਇਹਨਾਂ ਕਹਿ ਕੇ ਕੰਮ ਚਲਾ ਸਕਦੇ ਆ। ਅਦਰਵਾਈਜ਼ ਤੁਸੀਂ ਇਹਨੂੰ ਸ਼ੋ ਵੀ ਕਰ ਸਕਦੇ ਆ। ABC belongs to R and A can be written as A1 B1 0 C1, B can be written as A2 B2 0 C2 and C A3 B3 0 C3. Here A1 B1 C1 belongs to rational, A2 B2 C2 belongs to rational, A3 B3 C3 belongs to rational. Now A into B plus C करोगे, A ਦੀ ਵੈਲਿਊ ਪੁੱਟ ਕਰੋਗੇ A1 B1 0 C1 into A2 B2 0 C2 into A3 B3 0 C3 ब्रैकेट क्लोज। ये ब्रैकेट सिंपलीफाई करोगे A1 B1 0 C1। हाँ जी, ब्रैकेट हाँ जी मल्टीप्लाई करोगे A2, हाँ गलत कर दिता, प्लस सी इत्थे भी प्लस, इत्थे प्लस आना, ਇੱਥੇ ਮਲਟੀਪਲੀਕੇਸ਼ਨ ਦਾ ਸਿੰਬਲ B ਪਲੱਸ C ਵਿੱਚ ਐਡੀਸ਼ਨ ਦਾ ਸਿੰਬਲ। ਸੋ A2 ਪਲੱਸ A3, ਇੱਥੇ ਮੈਟ੍ਰਿਕਸ ਹੀ ਪਾਵਾਂਗੇ 0 ਪਲੱਸ 0 ਇਜ਼ 0, B2 ਪਲੱਸ B3 C2 ਪਲੱਸ C3। ਹੁਣ ਅਸੀਂ ਇਹਨੂੰ ਕਰਾਂਗੇ ਮਲਟੀਪਲਾਈ A1 ਇੰਟੂ A2 ਪਲੱਸ A3, ਇੱਥੇ ਤਾਂ 0 ਹੀ ਆਏਗਾ। ਇਹਨੂੰ ਇਹਦੇ ਨਾਲ ਮਲਟੀਪਲਾਈ B1 ਹੋ ਗਿਆ 0। ਓਕੇ, ਨਾਓ ਇਸ ਸਟੈਪ ਨੂੰ ਅਸੀਂ ਇੱਧਰ ਕਰਾਂਗੇ A1 ਇੰਟੂ B2 ਪਲੱਸ B3 ਪਲੱਸ B1 ਇੰਟੂ C2 ਪਲੱਸ C3। ਨਾਓ ਇੱਥੇ ਆ ਜਾਏਗਾ 0 ਪਲੱਸ C1 ਇੰਟੂ C2 ਪਲੱਸ C3। ਇਸ ਤਰੀਕੇ ਤੁਹਾਨੂੰ ਮਲਟੀਪਲਾਈ ਕਰਨਾ ਆਉਂਦਾ। ਮੈਂ ਉਮੀਦ ਕਰਦਾ ਕਿ ਤੁਹਾਨੂੰ ਮਲਟੀਪਲਾਈ ਕਰਨਾ ਆਉਂਦਾ ਹੋਏਗਾ। ਠੀਕ ਹੈ ਜੀ। ਨਾਓ ਫਰਦਰ ਥੋੜ੍ਹਾ ਜਿਹਾ ਹੋਰ ਸਿੰਪਲੀਫਾਈ ਕਰੋ, ਮਲਟੀਪਲਾਈ ਕਰ ਦਿਓ ਇਹਨੂੰ ਅੰਦਰ, ਤਾਂ ਕੀ ਆ ਜਾਏਗਾ A1 A2 A1 A2 ਪਲੱਸ A1 A3 A1 A3। ਇੱਥੇ ਤਾਂ 0 ਹੀ ਆਉਣਾ, ਇੱਥੇ ਤਾਂ 0 ਹੀ ਆਉਣਾ। ਇਹਨੂੰ ਅਸੀਂ ਕਰ ਦਿੰਦੇ ਹਾਂ ਰਫ।
ओके फर्दर ये ब्रैकेट ओपन करो A1 B2 A1 B2 प्लस A1 B3 फर्दर प्लस B1 C2 B1 C2 B1 C3 B1 C3 ਇੱਥੇ ਆ ਜਾਏਗਾ C1 C2 C1 C3 ਇਸ ਤਰੀਕੇ ਅਸੀਂ ਉਹਨੂੰ ਸਿੰਪਲੀਫਾਈ ਕਰ ਦਿੱਤਾ ਬ੍ਰੈਕਟਸ ਓਪਨ ਕਰ ਦਿੱਤੀਆਂ ਬਿਕੋਜ਼ A1 A2 A3 B1 B2 B3 C1 C2 C3 ਆਰ ਰੈਸ਼ਨਲ ਅਤੇ ਰੈਸ਼ਨਲ ਵਿੱਚ ਡਿਸਟਰੀਬਿਊਟਿਵ ਲਾ ਹੋਲਡ ਕਰਦਾ ਇਸ ਕਰਕੇ ਉਹ ਅਸੀਂ ਬ੍ਰੈਕਟ ਓਪਨ ਕਰ ਸਕਦੇ ਹਾਂ ਓਕੇ ਫਰਦਰ ਹੁਣ ਦੂਸਰੀ ਸਾਈਡ ਚੁੱਕ ਲਓ ਇਹਦਾ ਨੰਬਰ ਫਸਟ ਪਾ ਲਓਗੇ ਨਾਓ ਹੁਣ ਤੁਸੀਂ ਕੈਲਕੂਲੇਟ ਕਰੋਗੇ A ਇੰਟੂ B ਪਲਸ A ਇੰਟੂ C ਹੁਣ ਇਹਨਾਂ ਦੀਆਂ ਤੁਸੀਂ ਵੈਲਿਊਜ਼ ਕੈਲਕੂਲੇਟ ਕਰੋਗੇ ਉਹ ਮੈਂ ਦਊਂਗਾ ਵਰਕ ਤੁਹਾਨੂੰ ਇੱਥੇ ਤੁਸੀਂ ਵੈਲਿਊਜ਼ ਪੁੱਟ ਕਰੋਗੇ A ਦੀ B ਦੀ A ਦੀ C ਦੀ ਮਲਟੀਪਲਾਈ ਦੈਨ ਐਡ ਤੁਹਾਡੇ ਕੋਲ ਜੋ ਵੀ ਆਨਸਰ ਆਏਗਾ ਇੱਥੇ ਇੱਕ ਮੈਟ੍ਰਿਕਸ ਆਏਗੀ ਸਿੰਗਲ ਮੈਟ੍ਰਿਕਸ ਇਹੀ ਸੇਮ ਆਏਗਾ ਆਨਸਰ ਬਿਲਕੁਲ ਸੇਮ ਆ ਜਾਏਗਾ ਆਨਸਰ ਇਹ ਵਾਲਾ ਜਦੋਂ ਬਿਲਕੁਲ ਸੇਮ ਆਨਸਰ ਆ ਗਿਆ ਤੁਸੀਂ ਇਹਦਾ ਨੰਬਰ 2 ਦੇ ਦੋਗੇ ਦੈਨ ਫਰੋਮ ਫਸਟ ਐਂਡ ਸੈਕਿੰਡ A ਇੰਟੂ B ਪਲਸ C ਇਜ਼ ਇਕੁਅਲ ਟੂ A इंटू B प्लस A इंटू C सो नीचे की लिखोगे डिस्ट्रीब्यूटिव ला होल्ड पहलियां 5 प्रॉपर्टी एडिशन दी कीतियां फिर 2 प्रॉपर्टीज़ मल्टीप्लीकेशन दी कीतियां डिस्ट्रीब्यूटिव ला भी होल्ड कर गया हैंस R इज़ रिंग थोड़ा मैं छड्ड रहा तुसीं आप कर सकते हो तुसीं BSc फाइनल के स्टूडेंट हैं इस करके तुसीं बड़े ईजीली ये सब कुछ कर सकते हैं सो ये मेरा ये लैक्चर कंप्लीट होंदा हाँ एक चीज़ मैं दसनी चाहूँगा हुण जिहड़े स्टार्टिंग वाले क्वेश्चन आ हुण ये तो है नहीं कि मैं हर एक क्वेश्चन तुहानूं चंगी तरह करवाई जावां पूरी डिटेल में वो तुहानूं खुद भी कुछ क्वेश्चनस करने पैणगे जिस तरीके तुसीं एग्जाम्पल देखोगे फस्ट वो सैट ऑफ इंटीजर की एग्जाम्पल है सैट ऑफ इंटीजर की क्वेश्चनस आ जिहड़े पहले जिदा फस्ट क्वेश्चन आ प्रूव दैट क्यू अंडर एडिशन एंड मल्टीप्लीकेशन सैट ऑफ रैशनल का क्वेश्चन वेयर क्यू इज सैट ऑफ ऑल रैशनल इज कम्यूटेटिव रिंग विद यूनिटी जस्ट प्रॉपर्टीज़ लिखनियां होंदियां तुसीं एग्जाम्पल 1 की हैल्प लै सकते हैं इदा बहुत सारे क्वेश्चन जिहड़े तुसीं डायरैक्ट ही करने हाँ एक चीज़ जो रह गई आ आर मैं रिंग शो करता बट मैनू स्टेटमेंट मेरे दिमाग च आ गई अचानक कि उन्होंने ये कहा सी कि आर इज़ नॉन कम्यूटेटिव रिंग उन्हें कम्यूटेटिव ग्रुप की भी गल की है असी वो भी शो करना बड़े ध्यान नाल समझो एक प्रॉपर्टी रह गई रिंग तो शो करता पर असी ये शो करना सी नॉन कम्यूटेटिव रिंग आ इन्ना शो करने तो बाद फिर की करना आर की हो गया रिंग बट असी शो करना नॉन कम्यूटेटिव रिंग बट नीचे लिखोगे बट चाहे इदा ना लिखो नाउ फिर नीचे कर दो कम्यूटेटिव ला ठीक है जी कम्यूटेटिव लॉ प्रूफ भी कर सकते हैं जे प्रूफ नहीं करना तो तुसीं इदा भी लिख सकते सिंस कम्यूटेटिव लॉ not always hold in matrix multiplication ठीक है जी सिंस कम्यूटेटिव लॉ नॉट ऑलवेज होल्ड किते किते होल्ड भी करता उस एग्जाम्पल देख सकते हैं कम्यूटेटिव लॉ नॉट ऑलवेज होल्ड इन मैट्रिक्स मल्टीप्लिकेशन सो कम्यूटेटिव लॉ not hold in R that is for all A B belongs to R set the naam C R implies A B not is equal to B A so R is non commutative ring
ਠੀਕ ਹੈ ਜੀ। ਇਹ ਪ੍ਰੋਪਰਟੀ ਵੀ ਸ਼ੋ ਕਰਨੀ ਸੀ। ਆਰ ਪਹਿਲੇ ਰਿੰਗ ਸ਼ੋ ਕਰਾਤਾ, ਫਿਰ ਇੱਕ ਮਲਟੀਪਲੀਕੇਸ਼ਨ ਦੀ ਪ੍ਰੋਪਰਟੀ ਹੋਰ ਕਰਾਣੀ ਸੀ, ਪ੍ਰੋਪਰਟੀ ਨੰਬਰ 5, ਉਹ ਨੋਟ ਹੋਲਡ, ਸੋ ਆਰ ਇਜ਼ ਨੋਟ ਗਰੁੱਪ। ਸੋ ਇਹਦੇ ਨਾਲ ਹੀ ਮੇਰਾ ਇਹ ਕੁਐਸਚਨ ਕੰਪਲੀਟ ਹੁੰਦਾ। ਸੋ ਜੇ ਕਿਸੇ ਹੋਰ ਕੁਐਸਚਨ ਤੁਹਾਨੂੰ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਆ, ਨਾਲ ਦੀ ਨਾਲ ਤੁਸੀਂ ਮੈਨੂੰ ਮੇਰੇ WhatsApp ਨੰਬਰ 'ਤੇ ਮੈਸੇਜ ਵੀ ਕਰ ਸਕਦੇ ਆ, ਕਾਲ ਵੀ ਕਰ ਸਕਦੇ ਆ, ਨੋ ਪ੍ਰੋਬਲਮ। ਉਮੀਦ ਕਰਦਾ ਕਿ ਮੇਰਾ ਇਹ ਲੈਕਚਰ ਤੁਹਾਨੂੰ ਸਮਝ ਆ ਚੁੱਕਾ ਹੋਊਗਾ। ਸੋ ਥੈਂਕ ਯੂ। ਨੋਟਸ ਤਿਆਰ ਕਰ ਲਿਓ।